ਰਜਿੰਦਰਾ ਕੋਚਿੰਗ ਸੈਂਟਰ ਵਿੱਚ ਤੁਹਾਡਾ ਸਵਾਗਤ ਹੈ। ਅੱਜ ਆਪਾਂ ਲੈ ਕੇ ਆਏ ਹਾਂ ਪੋਲੀਟੀਕਲ ਸਾਇੰਸ ਦਾ ਅਗਲਾ ਚੈਪਟਰ। ਪਿਛਲੀ ਵੀਡੀਓ ਦੇ ਵਿੱਚ ਆਪਾਂ ਸਿਕਿਉਰਿਟੀ ਇਨ ਦਾ ਕੰਟੈਂਪਰਰੀ ਵਰਲਡ ਦਾ ਪਹਿਲਾ ਪਾਰਟ ਕਰ ਚੁੱਕੇ ਹਾਂ, ਜਿਸ ਦੇ ਵਿੱਚ ਆਪਾਂ ਸਿਕਿਉਰਿਟੀ ਦੀਆਂ ਟਾਈਪਸ ਬਾਰੇ ਕੀਤਾ ਸੀ, ਜਿਵੇਂ ਕਿ ਟਰਡੀਸ਼ਨਲ ਅਤੇ ਨੋਨ ਟਰਡੀਸ਼ਨਲ ਸਿਕਿਉਰਿਟੀ। ਇਸ ਤੋਂ ਬਾਅਦ ਆਪਾਂ ਟਰਡੀਸ਼ਨਲ ਸਿਕਿਉਰਿਟੀ ਦੇ ਵਿੱਚ ਪੜ੍ਹਿਆ ਸੀ ਕਿ ਕਿਸੇ ਦੇਸ਼ ਨੂੰ ਉਸਦੇ ਗਵਾਂਢੀ ਦੇਸ਼ ਤੋਂ ਹੀ ਖਤਰਾ ਹੁੰਦਾ ਹੈ, ਕਿਸੇ ਆਰਮੀ ਐਕਸ਼ਨ ਤੋਂ ਹੀ ਖਤਰਾ ਹੁੰਦਾ ਹੈਗਾ। ਉਸ ਤੋਂ ਆਪਾਂ ਬਚਣ ਵਾਸਤੇ ਕੀ ਕੁਛ ਕਰ ਸਕਦੇ ਹਾਂ, ਜਿਵੇਂ ਕਿ ਆਪਾਂ ਅਲਾਇੰਸ ਬਿਲਡਿੰਗ ਕਰ ਸਕਦੇ ਹਾਂ, ਬੈਲੈਂਸ ਆਫ ਪਾਵਰ ਕਰ ਸਕਦੇ ਹਾਂ, ਜਾਂ ਆਪਾਂ ਡਿਸਆਰਮਾਮੈਂਟ ਕਰ ਸਕਦੇ ਹਾਂ, ਜਾਂ ਕੌਨਫੀਡੈਂਸ ਬਿਲਡਿੰਗ ਕਰ ਸਕਦੇ ਹਾਂ। ਇਹ ਸਭ ਕੁਝ ਆਪਾਂ ਪੜ੍ਹਿਆ ਸੀ। ਇਸ ਤੋਂ ਬਾਅਦ ਆਪਾਂ ਨੋਨ ਟਰਡੀਸ਼ਨਲ ਸਿਕਿਉਰਿਟੀ ਬਾਰੇ ਵੀ ਪੜ੍ਹਿਆ ਸੀ, ਜਿਸ ਦੇ ਵਿੱਚ ਆਪਾਂ ਗਲੋਬਲ ਸਿਕਿਉਰਿਟੀ ਬਾਰੇ ਪੜ੍ਹਿਆ ਸੀ। ਇਸ ਤੋਂ ਇਲਾਵਾ ਆਪਾਂ ਪਾਵਰਟੀ ਬਾਰੇ ਪੜ੍ਹਿਆ ਸੀ। ਇਸ ਤੋਂ ਇਲਾਵਾ ਆਪਾਂ ਗਲੋਬਲ ਵਾਰਮਿੰਗ ਬਾਰੇ ਪੜ੍ਹਿਆ ਸੀ। ਇਸ ਤੋਂ ਇਲਾਵਾ ਆਪਾਂ ਟੈਰਰਿਜ਼ਮ ਬਾਰੇ ਪੜ੍ਹਿਆ ਸੀ। ਤਾਂ ਉਹਦੇ ਵਿੱਚ ਇਹਦਾ ਬਹੁਤ ਹੀ ਵਾਈਡ ਕੰਸੈਪਟ ਹੈ। ਨੋਨ ਟਰਡੀਸ਼ਨਲ ਸਿਕਿਉਰਿਟੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੂੰ ਸ਼ਾਮਿਲ ਕੀਤਾ ਜਾ ਸਕਦਾ ਹੈਗਾ। ਇਹਦੇ ਵਿੱਚ ਹੈਲਥ ਐਪੀਡੈਮਿਕਸ ਨੂੰ ਵੀ ਸ਼ਾਮਿਲ ਕੀਤਾ ਜਾ ਸਕਦਾ ਹੈਗਾ। ਪਿਛਲੀ ਵੀਡੀਓ 'ਚ ਮੈਨੂੰ ਥੋੜ੍ਹਾ ਜਿਹਾ ਖੇਦ ਹੈ, ਕਿਉਂਕਿ ਨੈੱਟਵਰਕ ਦੀ ਪ੍ਰੋਬਲਮ ਹੋਣ ਕਰਕੇ ਨਾ ਹੈਲਥ ਐਪੀਡੈਮਿਕ ਦਾ ਟੋਪਿਕ ਜਿਹੜਾ ਵਿਚਕਾਰ ਹੀ ਕੱਟਿਆ ਗਿਆ ਸੀ। ਅਤੇ ਅੱਜ ਮੈਂ ਇਹਦੇ ਲਈ ਇੱਕ ਹੋਰ ਵੀਡੀਓ ਬਣਾ ਰਿਹਾ ਗਾ, ਜਿਹਦੇ ਵਿੱਚ ਆਪਾਂ ਚੈਪਟਰ ਕੰਪਲੀਟ ਕਰ ਦਿਆਂਗੇ, ਅਤੇ ਇਹ ਸੈਕਿੰਡ ਪਾਰਟ ਹੋਊਗਾ। ਅਤੇ ਇਸ ਦੇ ਵਿੱਚ ਹੀ ਅੱਜ ਆਪਾਂ ਇਹ ਚੈਪਟਰ ਕੰਪਲੀਟ ਕਰ ਦਿਆਂਗੇ। ਤਾਂ ਸ਼ੁਰੂ ਕਰਦੇ ਹਾਂ ਵੀ ਹੈਲਥ ਐਪੀਡੈਮਿਕਸ। ਦੇਖੋ ਬੱਚਿਓ, ਐਪੀਡੈਮਿਕਸ ਹੁੰਦੀਆਂ ਨੇ ਮਹਾਂਮਾਰੀਆਂ। ਕੋਈ ਬਿਮਾਰੀ ਹੈ ਜਿਹੜੀ ਥੋੜ੍ਹੇ ਹੀ ਸਮੇਂ 'ਚ ਬਹੁਤ ਵੱਡੇ ਏਰੀਏ 'ਚ ਫੈਲ ਚੁੱਕੀ ਹੈ, ਉਸਨੂੰ ਐਪੀਡੈਮਿਕ ਬੋਲਿਆ ਜਾਂਦਾ ਗਾ। ਜਿਵੇਂ ਕਿ 2020 ਦੇ ਵਿੱਚ ਇੰਡੀਆ 'ਚ ਕਰੋਨਾ ਵੀ ਆਇਆ ਸੀ, ਉਹ ਪੂਰੀ ਦੁਨੀਆ 'ਚ ਹੀ ਆਇਆ ਸੀ, ਤਾਂ ਉਹ ਇੱਕ ਐਪੀਡੈਮਿਕ ਸੀ। ਤਾਂ ਜਿਹੜੇ ਦੇਸ਼ ਗਰੀਬ ਹੁੰਦੇ ਹੈ, ਜਿਹੜੇ ਦੇਸ਼ ਵਿਕਾਸਸ਼ੀਲ ਹੈ ਜਾਂ ਗੈਰ ਵਿਕਸਿਤ ਦੇਸ਼ ਨੇ, ਉਹਨਾਂ ਦੇ ਵਿੱਚ ਐਪੀਡੈਮਿਕ ਬਹੁਤ ਵੱਡਾ ਸੀਰੀਅਸ ਥ੍ਰੈਟ ਬਣ ਜਾਂਦਾ ਹੈਗਾ ਉਹਨਾਂ ਦੇਸ਼ਾਂ ਨੂੰ। ਤਾਂ ਇਸ ਕਰਕੇ ਇਹਨੂੰ ਸਿਕਿਉਰਿਟੀ ਦੇ ਵਿੱਚ ਸ਼ਾਮਿਲ ਕੀਤਾ ਗਿਆ ਗਾ। ਤਾਂ ਆਪਾਂ ਨੂੰ ਸ਼ੁਰੂ ਕਰਦੇ ਹਾਂ, ਪੜ੍ਹਦੇ ਹਾਂ ਜੀ। ਹਾਂਜੀ, ਹੈਲਥ ਐਪੀਡੈਮਿਕਸ। ਹੈਲਥ ਐਪੀਡੈਮਿਕਸ ਇਜ਼ ਏ ਵੈਰੀ ਸੀਰੀਅਸ ਥ੍ਰੈਟ ਟੂ ਕੰਟਰੀ ਸਿਕਿਉਰਿਟੀ। ਤਾਂ ਕਿਸੇ ਦੇਸ਼ ਦੀ ਸੁਰੱਖਿਆ ਨੂੰ ਹੈਲਥ ਐਪੀਡੈਮਿਕਸ ਬਹੁਤ ਹੀ ਗੰਭੀਰ ਖਤਰਾ ਹੈਗਾ। ਬਿਕੋਜ਼ ਸਵੇਅਰ ਅਕਿਊਟ ਰੈਸਪੀਰੇਟਰੀ ਸਿੰਡਰੋਮ, ਜਿਵੇਂ ਸਾਰਸ ਹੋ ਗਿਆ, HIV ਏਡਜ਼ ਹੋ ਗਿਆ, ਬਰਡ ਫਲੂ ਹੋ ਗਿਆ, ਇਹ ਡਿਸੀਜ਼ ਆ ਜਿਹੜੀਆਂ ਇਹ ਸਪਰੈਡ ਹੋ ਜਾਂਦੀਆਂ ਨੇ ਅਕਰੋਸ ਕੰਟਰੀ ਥਰੂ ਮਾਈਗਰੈਂਟਸ, ਬਿਜਨਸ, ਟੂਰਿਜ਼ਮ ਐਂਡ ਮਿਲਟਰੀ ਓਪਰੇਸ਼ਨਜ਼। ਦੇਖੋ ਵੀ ਜਿਹੜੀਆਂ ਇਹ ਬਿਮਾਰੀਆਂ ਨੇ, ਚਾਹੇ ਉਹ HIV ਏਡਜ਼ ਹੋਵੇ, ਚਾਹੇ ਉਹ ਸਾਰਸ ਹੋਵੇ, ਚਾਹੇ ਉਹ ਬਰਡ ਫਲੂ ਹੋਵੇ, ਇਹ ਬਿਮਾਰੀਆਂ ਇੱਕ ਦੇਸ਼ ਤੋਂ ਦੂਜੇ ਦੇਸ਼ ਦੇ ਵਿੱਚ ਜਾਂ ਤਾਂ ਮਾਈਗਰੈਂਟਸ ਰਾਹੀਂ, ਜਾਂ ਬਿਜ਼ਨਸ ਪਰਸਨ ਰਾਹੀਂ, ਜਾਂ ਟੂਰਿਜ਼ਮ ਰਾਹੀਂ, ਜਾਂ ਮਿਲਟਰੀ ਓਪਰੇਸ਼ਨ ਰਾਹੀਂ ਇੱਕ ਦੇਸ਼ ਤੋਂ ਦੂਜੇ ਦੇਸ਼ ਵਿੱਚ ਫੈਲ ਜਾਂਦੀਆਂ ਨੇ। ਹਾਂਜੀ, ਇੱਕ ਉਸ ਤੋਂ ਬਾਅਦ ਡੇਟਾ ਹੈਗਾ, ਬਾਏ 2003 ਐਨ ਐਸਟੀਮੇਟਡ 4 ਕਰੋੜ ਪੀਪਲ ਇਨਫੈਕਟਡ ਵਿਦ HIV ਵਰਲਡ ਵਾਈਡ। ਇੱਕ 2003 ਦੇ ਵਿੱਚ ਦੇਖਿਆ ਗਿਆ ਵੀ ਕਿ ਪੂਰੀ ਦੁਨੀਆ ਦੇ ਵਿੱਚ HIV ਤੋਂ 4 ਕਰੋੜ ਲੋਕ ਇਨਫੈਕਟਡ ਹੈਗੇ। 4 ਕਰੋੜ ਲੋਕ ਇਨਫੈਕਟਡ ਹੈ HIV ਏਡਜ਼ ਤੋਂ। ਅੱਗੇ ਵੱਧਦੇ ਹਾਂ ਵੀ, ਇਹ ਜਿਹੜੇ 4 ਕਰੋੜ ਲੋਕ ਇਨਫੈਕਟਡ ਹੈ, ਉਹਦੇ ਵਿੱਚ ਜਿਹੜੇ 2/3 ਹੈਗੇ ਉਹ ਅਫਰੀਕਾ ਤੋਂ ਹੀ ਹੈ, ਅਤੇ ਬਾਕੀ ਜਿਹੜੇ ਰਹਿ ਗਏ ਉਹ ਸਾਊਥ ਏਸ਼ੀਆ ਤੋਂ ਹੈ। ਦੇਖੋ ਵੀ ਦੇਖੋ, ਅਫਰੀਕਾ ਦੇ ਵਿੱਚ ਕਿੰਨੀ ਵੱਡੀ ਆਬਾਦੀ ਹੈ ਜਿਹੜੀ HIV ਤੋਂ ਪੀੜਤ ਹੈਗੀ, ਅਤੇ ਉਸ ਦੇਸ਼ ਦੀ ਸਿਕਿਉਰਿਟੀ ਨੂੰ ਕਿੰਨਾ ਵੱਡਾ ਖਤਰਾ ਹੈਗਾ HIV ਏਡਜ਼ ਤੋਂ। ਇਸ ਤੋਂ ਇਲਾਵਾ ਸਾਊਥ ਏਸ਼ੀਆ ਦੇ ਵਿੱਚ ਇਹੀ ਸਾਰੇ ਦੇਸ਼ ਆ ਜਾਂਦੇ ਵੀ, ਜਿਵੇਂ ਕਿ ਅਫਗਾਨਿਸਤਾਨ, ਪਾਕਿਸਤਾਨ, ਇੰਡੀਆ, ਨੇਪਾਲ, ਭੂਟਾਨ, ਬੰਗਲਾਦੇਸ਼, ਸ਼੍ਰੀਲੰਕਾ, ਮਾਲਦੀਵ, ਇਹ ਸਾਰੇ ਦੇਸ਼ ਆ ਜਾਂਦੇ। ਆਪਣਾ ਇੰਡੀਆ ਵੀ ਸਾਊਥ ਏਸ਼ੀਆ 'ਚ ਆਉਂਦਾ ਹੈਗਾ, ਅਤੇ ਸਾਊਥ ਏਸ਼ੀਆ ਦੇ ਵਿੱਚ ਵੀ HIV ਏਡ ਦੇ ਕਾਫੀ ਕੇਸ ਹੈਗੇ। ਤਾਂ ਆਪਣੇ ਦੇਸ਼ਾਂ ਨੂੰ ਵੀ ਇਹਨਾਂ 'ਤੇ ਧਿਆਨ ਦੇਣਾ ਚਾਹੀਦਾ ਗਾ। ਅੱਗੇ ਆਪਾਂ ਪੜ੍ਹਾਂਗੇ ਵੀ ਇਹਦੇ ਬਾਰੇ। ਦੇਖੋ ਜਿਹੜੇ ਵਿਕਸਿਤ ਦੇਸ਼ ਹੁੰਦੇ ਹੈਗੇ, ਵਿਕਸਿਤ ਦੇਸ਼ ਕਿਸੇ ਵੀ ਬਿਮਾਰੀ ਨੂੰ ਜਲਦੀ ਠੀਕ ਕਰ ਸਕਦੇ ਆ, ਕਿਉਂਕਿ ਉਹ ਬਹੁਤ ਸਾਰਾ ਪੈਸਾ ਰਿਸਰਚ ਐਂਡ ਡਿਵੈਲਪਮੈਂਟ 'ਤੇ ਖਰਚ ਕਰਦੇ ਹੈਗੇ। ਤਾਂ ਉਹ ਨਵੀਆਂ ਨਵੀਆਂ ਥੈਰੇਪੀਜ਼, ਨਵੀਂ ਨਵੀਆਂ ਡਰੱਗਜ਼ ਪੈਦਾ ਕਰ ਲੈਂਦੇ ਹੈਗੇ, ਜਿਹਦੇ ਕਰਕੇ ਉਹ ਬਿਮਾਰੀਆਂ ਨੂੰ ਛੇਤੀ ਕਾਬੂ ਵਿੱਚ ਕਰ ਲੈਂਦੇ ਹੈਗੇ। ਪਰ ਦੂਜੇ ਪਾਸੇ ਜਿਹੜੇ ਗੈਰ ਵਿਕਸਿਤ ਦੇਸ਼ ਹੈ ਜਾਂ ਵਿਕਾਸਸ਼ੀਲ ਦੇਸ਼ ਹੈ, ਉਹਨਾਂ ਕੋਲ ਪੈਸੇ ਦੀ ਕਮੀ ਹੈ, ਉਹ ਰਿਸਰਚ ਐਂਡ ਡਿਵੈਲਪਮੈਂਟ 'ਤੇ ਖਰਚਾ ਨਹੀਂ ਕਰ ਸਕਦੇ, ਜਿਸ ਕਰਕੇ ਨਵੀਆਂ ਡਰੱਗਸ ਅਤੇ ਨਵੀਆਂ ਥੈਰੇਪੀ, ਨਵੀਂ ਟੈਕਨੋਲੋਜੀ ਉਹ ਕ੍ਰੀਏਟ ਨਹੀਂ ਕਰ ਸਕਦੇ, ਜਿਹਦੇ ਨਾਲ ਉਹ ਬਿਮਾਰੀਆਂ ਜਿਹੜੀਆਂ ਉਹ ਉੱਥੇ ਖਤਮ ਨਹੀਂ ਹੋ ਪਾਉਂਦੀਆਂ, ਅਤੇ ਉਹ ਬਹੁਤ ਜ਼ਿਆਦਾ ਖਤਰਾ ਬਣ ਜਾਂਦੀਆਂ ਨੇ ਉਹਨਾਂ ਦੇਸ਼ ਵਾਸਤੇ। ਹਾਂਜੀ, ਤਾਂ ਇਸ ਪੈਰੇ ਦੇ ਵਿੱਚ ਇਹੀ ਕੁਛ ਲਿਖਿਆ ਹੋਇਆ ਹੈਗਾ, ਜਿਵੇਂ North America and other industrious countries, new drug therapies dramatically lowered the death rate from HIV AIDS in late 1990। ਵੀ ਨਾਰਥ ਅਮੈਰੀਕਾ ਅਤੇ ਹੋਰ ਜਿਹੜੇ ਇੰਡਸਟਰੀਅਸ ਕੰਟਰੀ ਨੇ, ਉਹਨਾਂ ਨੇ ਨਵੀਆਂ ਡਰੱਗ ਥੈਰੇਪੀਆਂ ਪੈਦਾ ਕਰਕੇ ਨਾ ਜਿਹੜਾ HIV ਏਡਜ਼ ਦਾ ਜਿਹੜਾ ਡੈਥ ਰੇਟ ਸੀਗਾ, ਉਹਨੂੰ ਡਰਾਮੈਟੀਕਲੀ ਲੋਅਰ ਕਰ ਦਿੱਤਾ ਗਾ, ਡਰਾਮੈਟੀਕਲੀ ਘੱਟ ਕਰ ਦਿੱਤਾ ਗਾ, ਜਿਹਦੇ 'ਤੇ ਵਿਸ਼ਵਾਸ ਵੀ ਨਹੀਂ ਕੀਤਾ ਜਾ ਸਕਦਾ, ਇੰਨੀ ਜਲਦੀ ਘੱਟ ਕਰਤਾ। ਇਹ 1990 ਤੋਂ ਬਾਅਦ ਕੀਤਾ। ਬਟ ਦੀਜ ਟਰੀਟਮੈਂਟ ਵਰ ਟੂ ਐਕਸਪੈਂਸਿਵ ਟੂ ਹੈਲਪ ਪੂਅਰ ਰੀਜਨ ਲਾਈਕ ਅਫਰੀਕਾ।
ਪਰ ਇਹ ਜਿਹੜਾ ਇਲਾਜ ਹੈਗਾ, ਇਹ ਅਫਰੀਕਾ ਦੇ ਦੇਸ਼ਾਂ 'ਚ ਬਹੁਤ ਜ਼ਿਆਦਾ ਮਹਿੰਗਾ ਸਾਬਤ ਹੋ ਰਿਹਾ ਹੈਗਾ ਅਤੇ ਉਸ ਕਰਕੇ ਇਸ ਇਲਾਜ ਨੂੰ ਨਹੀਂ ਲੈ ਸਕਦੇ ਜਾਂ ਇਸ ਇਲਾਜ ਨੂੰ ਆਪਣੇ ਦੇਸ਼ਾਂ ਵਿੱਚ ਆਮ ਜਨਤਾ ਨੂੰ ਨਹੀਂ ਦੇ ਸਕਦੇ ਕਿਉਂਕਿ ਇਹ ਬਹੁਤ ਜ਼ਿਆਦਾ ਮਹਿੰਗਾ ਹੈਗਾ। ਅੱਗੇ ਵੀ ਅਦਰ ਨਿਊ ਡਿਸੀਜ਼ ਸੱਚ ਐਜ ਇਬੋਲਾ ਵਾਇਰਸ, ਹੰਟਾ ਵਾਇਰਸ, ਹੈਪੇਟਾਈਟਸ ਸੀ ਹੈਵ ਇਮਰਜਡ ਵਾਈਲ ਓਲਡ ਡਿਸੀਜ਼ ਲਾਈਕ tuberculosis, malaria, dengue and cholera have mutated into drug resistance forms that difficult to treat। ਦੇਖੋ ਬੱਚਿਓ, ਜਿੱਥੇ ਕਿ ਅਫਰੀਕਾ ਵਰਗੀ ਕੰਟਰੀ ਜਾਂ ਸਾਊਥ ਏਸ਼ੀਆ ਵਰਗੀ ਕੰਟਰੀਆਂ ਦੇ ਵਿੱਚ ਪੁਰਾਣੀਆਂ ਬਿਮਾਰੀਆਂ ਸੀਗੀਆਂ ਜਿਵੇਂ ਕਿ ਟਿਊਬਰਕਲੋਸਿਸ ਸੀਗਾ, ਮਲੇਰੀਆ ਸੀਗਾ, ਡੇਂਗੂ ਸੀਗਾ, ਕੋਲਰਾ ਸੀਗਾ, ਤਾਂ ਉਹਨਾਂ ਨੂੰ ਠੀਕ ਕਰਨਾ ਵੀ ਔਖਾ ਹੋਇਆ ਪਿਆ ਕਿਉਂਕਿ ਉਹ ਡਰੱਗ ਰਜਿਸਟੈਂਸ ਹੋ ਚੁੱਕੀਆਂ ਨੇ। ਜਿਹੜੀਆਂ ਉਹਨਾਂ ਵਾਸਤੇ ਦਵਾਈਆਂ ਨੇ ਉਹ ਲੋਕਾਂ ਦੇ ਅੰਦਰ ਘਰ ਕਰ ਚੁੱਕੀਆਂ ਨੇ, ਉਹਨਾਂ ਦਾ ਉਹਨਾਂ 'ਤੇ ਅਸਰ ਹੀ ਨਹੀਂ ਹੁੰਦਾ। ਉਹਨੂੰ ਕਹਿੰਦੇ ਆ ਡਰੱਗ ਰਜਿਸਟੈਂਸ ਕਿ ਉਹ ਦਵਾਈਆਂ ਤਾਂ ਲੈ ਰਹੇ ਨੇ, ਦਵਾਈਆਂ ਤਾਂ ਹੈਗੀਆਂ ਨੇ, ਪਰ ਉਹ ਦਵਾਈਆਂ ਅਸਰ ਕਰਨੋਂ ਹਟ ਗਈਆਂ। ਉਹਨੂੰ ਡਰੱਗ ਰਜਿਸਟੈਂਸ ਬੋਲਦੇ ਹੈਗੇ। ਉਹਦੇ ਨਾਲ ਬਿਮਾਰੀ ਠੀਕ ਨਹੀਂ ਹੋ ਰਹੀ ਅਤੇ ਉਹ ਤਾਂ ਡਰੱਗ ਰਜਿਸਟੈਂਸ ਹੋ ਚੁੱਕੀਆਂ ਅਤੇ ਬਿਮਾਰੀਆਂ ਪੂਰੀ ਤਰ੍ਹਾਂ ਠੀਕ ਨਹੀਂ ਹੋਈਆਂ। ਇਸ ਤੋਂ ਇਲਾਵਾ ਹੋਰ ਨਵੀਆਂ ਬਿਮਾਰੀਆਂ ਆ ਚੁੱਕੀਆਂ ਨੇ ਜਿਹੜੀਆਂ ਕਿ ਬਹੁਤ ਹੀ ਵੱਡਾ ਸੀਰੀਅਸ ਥ੍ਰੈਟ ਹੋ ਗਿਆ, ਬਹੁਤ ਹੀ ਵੱਡਾ ਖਤਰਾ ਪੈਦਾ ਹੋ ਗਿਆ ਡਿਸੀਜ਼ ਦੇ ਲਈ। ਜਿਹੜੀਆਂ ਨਵੀਆਂ ਬਿਮਾਰੀਆਂ ਜਿਵੇਂ ਹੰਟਾ ਵਾਇਰਸ, ਹੈਪੇਟਾਈਟ ਸੀ ਜਾਂ ਇਬੋਲਾ ਵਾਇਰਸ ਵਰਗੀਆਂ ਨਵੀਆਂ ਬਿਮਾਰੀਆਂ ਆ ਚੁੱਕੀਆਂ ਨੇ। ਦੇਖੋ ਕਿੱਡਾ ਵੱਡਾ ਖਤਰਾ ਹੈਗਾ ਇਹ। ਹਾਂਜੀ, ਅੱਗੇ ਐਪੀਡੈਮਿਕਸ ਅਮੰਗ ਐਨੀਮਲਜ਼ ਹੈ ਮੇਜਰ ਇਕਨੋਮਿਕ ਇਫੈਕਟਸ। ਪਸ਼ੂਆਂ ਦੇ ਵਿੱਚ ਵੀ ਕੁਝ ਬਿਮਾਰੀਆਂ ਫੈਲ ਰਹੀਆਂ ਨੇ ਜਿਹਦੇ ਕਰਕੇ ਬਹੁਤ ਹੀ ਵੱਡਾ ਇਕਨੋਮਿਕਲੀ ਇਫੈਕਟ ਪੈਂਦਾ ਹੈ। ਜਿਵੇਂ ਕਿ ਯੂਰਪੀਅਨ ਕੰਟਰੀ ਜਿਵੇਂ ਕਿ ਯੂਕੇ ਹੋ ਗਿਆ, ਨੋਰਵੇ ਹੋ ਗਿਆ, ਇਹਨਾਂ ਦੇ ਵਿੱਚ ਬਹੁਤ ਸਾਰੇ ਪਸ਼ੂ ਰੱਖੇ ਜਾਂਦੇ ਆ। ਇਹਨਾਂ ਤੋਂ ਦੁੱਧ ਦੀ ਸਪਲਾਈ ਹੁੰਦੀ ਹੈ ਯੂਰਪ ਦੇ ਬਹੁਤ ਸਾਰੇ ਦੇਸ਼ਾਂ 'ਚ। ਤਾਂ ਜਦੋਂ ਪਸ਼ੂਆਂ ਦੇ ਵਿੱਚ ਬਿਮਾਰੀ ਆ ਜਾਂਦੀ ਹੈ ਤਾਂ ਉਹ ਇਕਨੋਮਿਕਲੀ ਪੂਰਾ ਪ੍ਰਭਾਵ ਪੈਂਦਾ ਹੈ। ਪੋਲਟਰੀ ਪ੍ਰੋਡਕਸ਼ਨ ਵੀ ਹੁੰਦੀ ਹੈ ਤਾਂ ਜਦੋਂ ਪਸ਼ੂਆਂ ਦੇ ਵਿੱਚ ਬਿਮਾਰੀਆਂ ਫੈਲ ਜਾਂਦੀਆਂ ਨੇ ਤਾਂ ਉਹਨਾਂ ਦੀ ਜਿਹੜੀ ਪ੍ਰੋਡਕਸ਼ਨ ਹੈਗੀ ਉਹ ਵੀ ਪ੍ਰਭਾਵਿਤ ਹੁੰਦੀ ਹੈਗੀ। ਤਾਂ ਐਪੀਡੈਮਿਕ ਹੈ ਜਿਹੜੀ ਐਨੀਮਲ ਦੇ ਵਿੱਚ ਉਹ ਮੇਜਰ ਚੈਲੇਂਜ ਹੈ ਜਾਂ ਕਹਿ ਸਕਦੇ ਹਾਂ ਆਪਾਂ ਕਿ ਥ੍ਰੈਟ ਹੈਗਾ। ਹਾਂਜੀ, ਇਹ ਸੀਗਾ ਵੀ ਹੈਲਥ ਐਪੀਡੈਮਿਕ ਬਾਰੇ। ਬਹੁਤ ਹੀ ਆਸਾਨ ਹੈਗਾ, ਬਹੁਤ ਸੌਖਾ ਹੈਗਾ। ਅੱਗੇ ਵੱਧਦੇ ਹਾਂ, ਅਗਲਾ ਟੋਪਿਕ ਹੈ ਕੋਆਪਰੇਟਿਵ ਸਿਕਿਉਰਿਟੀ। ਕੋਆਪਰੇਟਿਵ ਸਿਕਿਉਰਿਟੀ, ਦੇਖੋ ਬੱਚਿਓ, ਆਪਾਂ ਸਿਕਿਉਰਿਟੀ ਨੂੰ ਪੁਖਤਾ ਕਰਨ ਵਾਸਤੇ ਕੋਆਪਰੇਸ਼ਨ ਕਰ ਸਕਦੇ ਹਾਂ, ਇੱਕ ਦੂਜੇ ਦੇਸ਼ਾਂ ਦੇ ਨਾਲ ਸਹਿਯੋਗ ਕਰ ਸਕਦੇ ਹਾਂ। ਸਹਿਯੋਗ ਕਰਕੇ ਆਪਾਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰ ਸਕਦੇ ਹਾਂ। ਹਾਂਜੀ, ਕਿਉਂਕਿ ਸਹਿਯੋਗ ਦੇ ਵਿੱਚ ਤਾਕਤ ਹੁੰਦੀ ਹੈਗੀ। ਤਾਂ ਕੋਆਪਰੇਟਿਵ ਸਿਕਿਉਰਿਟੀ, ਸਹਿਯੋਗੀ ਸੁਰੱਖਿਆ। ਨੋਨ ਟ੍ਰਡੀਸ਼ਨਲ ਥ੍ਰੈਟਸ ਟੂ ਸਿਕਿਉਰਿਟੀ ਰਿਕੁਆਇਰ ਕੋਆਪਰੇਸ਼ਨ ਰਾਦਰ ਦੈਨ ਮਿਲਟਰੀ ਕਨਫਰੰਟੇਸ਼ਨ। ਬਿਲਕੁਲ ਵੀ ਨੋਨ ਟ੍ਰਡੀਸ਼ਨਲ ਦੇ ਵਿੱਚ ਜਿਹੜੇ ਖਤਰੇ ਨੇ ਉਹਨਾਂ ਨੂੰ ਹੱਲ ਕਰਨ ਦੇ ਵਾਸਤੇ ਕੋਆਪਰੇਸ਼ਨ ਦੀ ਲੋੜ ਹੈ, ਨਾ ਕਿ ਮਿਲਟਰੀ ਕਨਫਰੰਟੇਸ਼ਨ ਦੀ। ਮਿਲਟਰੀ ਲੜਾਈ ਦੀ ਲੋੜ ਨਹੀਂ ਹੈਗੀ, ਬਲਕਿ ਸਹਿਯੋਗ ਦੀ ਲੋੜ ਹੈ ਇਹਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਾਸਤੇ। ਬਿਲਕੁਲ ਸਹੀ ਹੈ। ਮਿਲਟਰੀ ਫੋਰਸ ਮੇ ਰਿਕੁਆਇਰ ਟੂ ਵਾਰ ਵਿਦ ਟੈਰਰਿਜ਼ਮ। ਮਿਲਟਰੀ ਫੋਰਸ ਸਿਰਫ ਚਾਹੀਦੀ ਆ ਅੱਤਵਾਦ ਨਾਲ ਲੜਨ ਵਾਸਤੇ। ਬਿਲਕੁਲ। ਇਫ ਆਲ ਕੰਟਰੀਜ਼ ਵਿਲ ਕੋਆਪਰੇਟ ਈਚ ਅਦਰ ਦੈਨ ਦਿਸ ਪ੍ਰੋਬਲਮ। ਜੇ ਸਾਰੇ ਦੇਸ਼ਾਂ ਦੀ ਜਿਹੜੀ ਮਿਲਟਰੀ ਹੈ ਜਾਂ ਸਾਰੇ ਦੇਸ਼ ਸਹਿਯੋਗ ਕਰਨ, ਸਾਰੇ ਦੇਸ਼ਾਂ ਦੀਆਂ ਸਰਕਾਰਾਂ ਸਹਿਯੋਗ ਕਰਨ ਤਾਂ ਇਹਨਾਂ ਸਮੱਸਿਆਵਾਂ ਨੂੰ ਈਜ਼ੀਲੀ ਕੁਇਕਲੀ ਸੋਲਵ ਕੀਤਾ ਜਾ ਸਕਦਾ ਗਾ। ਬਿਲਕੁਲ ਵੀ ਜਲਦੀ ਸੋਲਵ ਕੀਤਾ ਜਾ ਸਕਦਾ ਗਾ। ਇਨ ਕੋਆਪਰੇਟਿਵ ਸਿਕਿਉਰਿਟੀ ਮੇ ਆਲਸੋ ਇਨਵੋਲਵ ਆਲ ਕੰਟਰੀ ਐਜ਼ ਵੈਲ ਐਜ਼ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਲਾਈਕ UNO, ਵਰਲਡ ਬੈਂਕ, NGO, ਰੈੱਡ ਕਰਾਸ, WHO, IMF, ਚੈਰਿਟੀ ਐਂਡ ਰਿਲੀਜੀਅਸ ਆਰਗੇਨਾਈਜੇਸ਼ਨ ਐਂਡ ਗ੍ਰੇਟ ਪਰਸਨੈਲਿਟੀਜ਼ ਫੋਰ ਐਗਜ਼ਾਮਪਲ ਮਦਰ ਟਰੇਸਾ ਐਂਡ ਨੈਲਸਨ ਮੰਡੇਲਾ। ਅਤੇ ਜਿਹੜੀ ਕੋਆਪਰੇਟਿਵ ਸਿਕਿਉਰਿਟੀ ਹੈ ਇਹਦੇ ਵਿੱਚ ਆਪਾਂ ਨੂੰ ਸਾਰੇ ਦੇਸ਼ਾਂ ਨੂੰ ਵੀ ਸ਼ਾਮਲ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਆਪਾਂ ਨੂੰ ਇੰਟਰਨੈਸ਼ਨਲ ਆਰਗੇਨਾਈਜੇਸ਼ਨਾਂ ਨੂੰ ਵੀ ਸ਼ਾਮਲ ਕਰਨਾ ਜਿਵੇਂ ਕਿ UNO ਨੂੰ, ਵਰਲਡ ਬੈਂਕ ਨੂੰ, NGO, ਰੈੱਡ ਕਰਾਸ ਨੂੰ, WHO ਨੂੰ, IMF ਨੂੰ, ਕੁਝ ਚੈਰਿਟੀ ਨੂੰ ਵੀ ਸ਼ਾਮਲ ਕਰਨਾ ਚਾਹੀਦਾ ਹੈ, ਕੁਝ ਰਿਲੀਜੀਅਸ ਆਰਗੇਨਾਈਜੇਸ਼ਨ ਨੂੰ ਵੀ ਸ਼ਾਮਲ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਨੂੰ ਜਿਹੜੇ ਗ੍ਰੇਟ ਪਰਸਨੈਲਿਟੀਜ਼ ਨੇ ਜਿਨ੍ਹਾਂ ਦਾ ਦੇਸ਼ਾਂ 'ਤੇ ਪ੍ਰਭਾਵ ਹੈਗਾ ਉਹਨਾਂ ਨੂੰ ਵੀ ਸ਼ਾਮਲ ਕਰਨਾ ਚਾਹੀਦਾ ਹੈਗਾ ਜਿਵੇਂ ਕਿ ਨੈਲਸਨ ਮੰਡੇਲਾ ਹੋ ਗਿਆ ਜਾਂ ਮਦਰ ਟਰੇਸਾ ਹੋ ਗਈ। ਤਾਂ ਇਹਨਾਂ ਦੇ ਸਹਿਯੋਗ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਅਤੇ ਬਹੁਤ ਜਲਦੀ ਹੱਲ ਕੀਤਾ ਜਾ ਸਕਦਾ ਹੈ। ਹਾਂਜੀ, ਅੱਗੇ ਆ ਗਿਆ ਵੀ ਇੰਡੀਆ 'ਚ ਸਿਕਿਉਰਿਟੀ ਪੋਲਿਸੀ। ਤਾਂ ਇੰਡੀਆ ਦੀ ਸੁਰੱਖਿਆ ਪੋਲਿਸੀ ਕੀ ਹੈਗੀ ਤਾਂ ਆਪਾਂ ਦੇਖਦੇ ਹਾਂਗੇ। ਟੂ ਸਟਰੈਂਥਨ ਇਟਸ ਮਿਲਟਰੀ ਕੈਪੇਬਿਲਿਟੀ। ਤਾਂ ਇੰਡੀਆ ਨੂੰ ਆਪਦੀ ਸੁਰੱਖਿਆ ਨੂੰ ਪੁਖਤਾ ਕਰਨ ਵਾਸਤੇ ਕੀ ਕਰਨਾ ਚਾਹੀਦਾ? ਸਭ ਤੋਂ ਪਹਿਲਾਂ ਤਾਂ ਆਪਦੀ ਮਿਲਟਰੀ ਕੈਪੇਬਿਲਿਟੀ ਨੂੰ ਸਟਰੈਂਥਨ ਕਰਨਾ ਚਾਹੀਦਾ ਹੈ। ਆਪਣੀ ਮਿਲਟਰੀ ਸਮਰੱਥਾ ਨੂੰ ਤਾਕਤਵਰ ਕਰਨਾ ਚਾਹੀਦਾ ਹੈਗਾ। ਬਿਲਕੁਲ। ਦੂਜਾ, ਟੂ ਸਟਰੈਂਥਨ ਇੰਟਰਨੈਸ਼ਨਲ ਨੋਰਮਸ ਐਂਡ ਇੰਟਰਨੈਸ਼ਨਲ ਇੰਸਟੀਟਿਊਸ਼ਨਜ਼ ਲਾਈਕ UNO। ਤਾਂ ਇੰਡੀਆ ਚਾਹੁੰਦਾ ਹੈਗਾ ਕਿ ਜਿਹੜੇ ਇੰਟਰਨੈਸ਼ਨਲ ਨਿਯਮ ਨੇ ਜਾਂ ਇੰਟਰਨੈਸ਼ਨਲ ਇੰਸਟੀਟਿਊਸ਼ਨਾਂ ਨੇ ਜਿਵੇਂ ਕਿ UNO ਹੈ ਉਹਨਾਂ ਨੂੰ ਹੋਰ ਤਾਕਤਵਰ ਹੋਣਾ ਚਾਹੀਦਾ, ਹੋਰ ਮਜ਼ਬੂਤ ਹੋਣਾ ਚਾਹੀਦਾ ਹੈਗਾ। ਹਾਂਜੀ, ਟੂ ਮੀਟ ਸਿਕਿਉਰਿਟੀ ਚੈਲੰਜ ਵਿਦ ਇਨ ਦਾ ਕੰਟਰੀ ਸੈਵਰਲ ਮਿਲੀਟੈਂਟ ਗਰੁੱਪਸ ਫਰੋਮ ਏਰੀਆ ਸੱਚ ਐਜ ਨਾਗਾਲੈਂਡ, ਮਿਜ਼ੋਰਮ, ਪੰਜਾਬ, ਕਸ਼ਮੀਰ ਹੈਵ ਸਾਊਟ ਟੂ ਬ੍ਰੇਕ ਅਵੇ ਫਰੋਮ ਇੰਡੀਆ।
ਇੰਡੀਆ ਦੇ ਅੰਦਰ ਹੀ ਕੁਝ ਹੋਰ ਸੈਪਰੇਟਸ ਮੂਵਮੈਂਟ ਚੱਲੀਆਂ ਸਮੇਂ-ਸਮੇਂ 'ਤੇ, ਜਿਵੇਂ ਕਿ ਨਾਗਾਲੈਂਡ ਦੇ ਵਿੱਚ, ਜਿਵੇਂ ਕਿ ਮਿਜ਼ੋਰਮ ਦੇ ਵਿੱਚ, ਕਸ਼ਮੀਰ ਦੇ ਵਿੱਚ, ਪੰਜਾਬ ਦੇ ਵਿੱਚ। ਤਾਂ ਉਹਨਾਂ ਮਿਲਟਰੀ ਗਰੁੱਪਸ ਨੂੰ ਲੱਭਣਾ ਚਾਹੀਦਾ ਹੈਗਾ ਅਤੇ ਉਹਨਾਂ ਨੂੰ ਇੰਡੀਆ ਤੋਂ ਬਾਹਰ ਕੱਢ ਦੇਣਾ ਚਾਹੀਦਾ, ਜਾਂ ਪੂਰੀ ਤਰ੍ਹਾਂ ਇਹਨਾਂ ਦਾ ਸਫਾਇਆ ਕਰ ਦੇਣਾ ਚਾਹੀਦਾ ਇੰਡੀਆ ਨੂੰ। ਹਾਂਜੀ, ਅੱਗੇ ਇੰਡੀਅਨ ਟਰੂਪਸ, ਹਾਂਜੀ, ਇੰਡੀਅਨ ਟਰੂਪਸ have been sent abroad on UN peacekeeping missions in support of cooperative security initiatives। ਤਾਂ ਭਾਰਤ ਨੂੰ ਚਾਹੀਦਾ ਹੈਗਾ ਕਿ ਉਹ ਬਹੁਤ ਸਾਰੇ ਟਰੂਪਸ ਨੂੰ, ਬਹੁਤ ਸਾਰੇ ਕਰਮਚਾਰੀਆਂ ਨੂੰ, ਬਹੁਤ ਸਾਰੇ ਸਿਪਾਹੀਆਂ ਨੂੰ UN ਪੀਸਕੀਪਿੰਗ ਮਿਸ਼ਨ ਦੇ ਵਿੱਚ ਭੇਜੇ ਅਤੇ ਇੰਡੀਆ ਕੋਆਪਰੇਟਿਵ ਸਿਕਿਉਰਿਟੀ ਇਨੀਸ਼ੀਏਟਿਵ, ਜਿਹੜੀ ਕੋਆਪਰੇਟਿਵ ਸਿਕਿਉਰਿਟੀ ਦੀ ਪਹਿਲ ਹੋ ਰਹੀ ਹੈ, ਉਹਦੇ ਵਿੱਚ ਇੰਡੀਆ ਵੱਧ ਚੜ੍ਹ ਕੇ ਹਿੱਸਾ ਪਾਵੇ, ਵੱਧ ਚੜ੍ਹ ਕੇ ਸਪੋਰਟ ਕਰੇ। ਵੈਸੇ ਇੰਡੀਆ ਕਰ ਵੀ ਰਿਹਾ ਗਾ। ਜਿੰਨੇ ਵੀ UN ਪੀਸਕੀਪਿੰਗ ਮਿਸ਼ਨ ਹੋਏ ਹੈਗੇ, ਉਹਦੇ ਵਿੱਚ ਸਭ ਤੋਂ ਵੱਧ ਤਾਦਾਦ ਦੇ ਵਿੱਚ ਭਾਰਤੀ ਸਿਪਾਹੀ ਹੁੰਦੇ ਹੈਗੇ। ਇਹ ਖੁਸ਼ੀ ਦੀ ਗੱਲ ਹੈਗੀ। ਹਾਂਜੀ, ਅੱਗੇ ਚੱਲਦੇ ਹਾਂ ਵੀ। ਅੱਗੇ ਹੈ ਇੰਡੀਆ ਸਾਈਨਡ ਕਿਓਟੋ ਪ੍ਰੋਟੋਕੋਲ, ਕਿਉਂਕਿ ਇਨਵਾਇਰਮੈਂਟ ਵੀ ਇੱਕ ਬਹੁਤ ਵੱਡਾ ਕਨਸਰਨ ਹੈਗਾ। ਤਾਂ ਇਨਵਾਇਰਮੈਂਟ ਦੇ ਵਿੱਚ ਇੰਡੀਆ ਇੱਕ ਬਹੁਤ ਵੱਡਾ ਗ੍ਰੀਨ ਹਾਊਸ ਗੈਸ ਐਮਿਸ਼ਨ ਵੀ ਹੈਗਾ। ਤਾਂ ਇੰਡੀਆ ਚਾਹੁੰਦਾ ਹੈਗਾ ਕਿ ਇਨਵਾਇਰਮੈਂਟ ਵੀ ਠੀਕ ਹੋਵੇ। ਇਨਵਾਇਰਮੈਂਟ ਇੱਕ ਬਹੁਤ ਵੱਡਾ ਚੈਲੰਜ ਹੈ ਦੁਨੀਆ ਦੇ ਲਈ, ਤਾਂ ਇੰਡੀਆ ਉਹਨੂੰ ਵੀ ਠੀਕ ਕਰਨਾ ਚਾਹੁੰਦਾ ਹੈਗਾ। ਤਾਂ ਇੰਡੀਆ ਇਸ ਕਰਕੇ ਇੰਡੀਆ ਨੇ ਸਾਈਨ ਕੀਤਾ, ਇੰਡੀਆ ਸਾਈਨ ਕਿਓਟੋ ਪ੍ਰੋਟੋਕੋਲ ਵਿਚ ਪ੍ਰੋਵਾਈਡ ਏ ਰੋਡ ਮੈਪ ਫਾਰ ਦਾ ਰਿਡਿਊਸਿੰਗ ਦਾ ਐਮਿਸ਼ਨ ਆਫ ਗ੍ਰੀਨ ਹਾਊਸ ਗੈਸਜ। ਤਾਂ ਇੰਡੀਆ ਨੇ ਕਿਓਟੋ ਪ੍ਰੋਟੋਕੋਲ ਨੂੰ ਸਾਈਨ ਕਰਿਆ ਸੀ 2002 ਦੇ ਵਿੱਚ, ਅਤੇ 2005 ਦੇ ਵਿੱਚ ਇਹ ਇੰਪਲੀਮੈਂਟ ਵੀ ਹੋ ਗਿਆ। 1997 ਦੇ ਵਿੱਚ ਇਹ ਬਣਿਆ ਸੀਗਾ, ਜਿਹੜਾ ਕਿ ਕਲਾਈਮੇਟ ਚੇਂਜ ਨੂੰ ਠੀਕ ਕਰਨ ਦੇ ਲਈ ਹੈਗਾ, ਅਤੇ ਜਾਂ ਗ੍ਰੀਨ ਹਾਊਸ ਗੈਸਿਸ ਨੂੰ ਘੱਟ ਕਰਨ ਵਾਸਤੇ ਹੈਗਾ। ਹਾਂਜੀ, ਗ੍ਰੀਨ ਹਾਊਸ ਗੈਸ ਐਮਿਸ਼ਨ ਨੂੰ ਘੱਟ ਕਰਨ ਵਾਸਤੇ। ਅੱਗੇ ਇੰਡੀਆ ਡਿਵੈਲਪ ਇਟਸ ਇਕੋਨਮੀ, ਇੰਡੀਆ ਡਿਵੈਲਪਸ ਦਾ ਵੇ ਟੂ ਲਿਫਟ ਵਾਸਟ ਮਾਸ ਆਫ ਸਿਟੀਜ਼ਨ ਆਊਟ ਆਫ ਪਾਵਰਟੀ, ਮਿਜ਼ਰੀ ਐਂਡ ਹਿਊਜ ਇਕਨੋਮਿਕ ਇਨਇਕੁਐਲਿਟੀ। ਤਾਂ ਇੰਡੀਆ ਚਾਹੁੰਦਾ ਹੈਗਾ ਆਪਦਾ ਆਰਥਿਕ ਤੌਰ 'ਤੇ ਵਿਕਾਸ ਕਰਨਾ। ਆਰਥਿਕ ਤੌਰ 'ਤੇ ਵਿਕਾਸ ਕਰਕੇ ਇੰਡੀਆ ਬਹੁਤ ਵੱਡੀ ਗਿਣਤੀ ਦੇ ਸਿਟੀਜ਼ਨ ਨੂੰ ਗਰੀਬੀ 'ਚੋਂ, ਕੰਜੂਸੀ 'ਚੋਂ ਅਤੇ ਇਕਨੋਮਿਕ ਇਨਇਕੁਐਲਿਟੀ 'ਚੋਂ ਬਾਹਰ ਕੱਢਣਾ ਚਾਹੁੰਦਾ ਹੈਗਾ। ਹਾਂਜੀ, ਜਦੋਂ ਇੰਡੀਆ ਇਕਨੋਮਿਕਲੀ ਡਿਵੈਲਪ ਹੋ ਜਾਊਗਾ ਤਾਂ ਇੰਡੀਆ ਜਿਵੇਂ ਕਿ ਬਹੁਤ ਸਾਰੀਆਂ ਬਿਮਾਰੀਆਂ ਹੋ ਗਈਆਂ, ਉਹਨਾਂ ਨੂੰ ਖ਼ਤਮ ਕਰ ਸਕਦਾ ਹੈਗਾ। ਇੰਡੀਆ ਆਪਦੀ ਮਿਲਟਰੀ ਨੂੰ ਹੋਰ ਸਟਰੈਂਥਨ ਕਰ ਸਕਦਾ ਹੈਗਾ। ਇੰਡੀਆ ਕਲਾਈਮੇਟ ਚੇਂਜ ਨੂੰ ਜਾਂ ਇਨਵਾਇਰਮੈਂਟ ਡੀਗ੍ਰੇਡੇਸ਼ਨ ਆ ਉਹਨੂੰ ਠੀਕ ਕਰ ਸਕਦਾ ਹੈਗਾ। ਇੰਡੀਆ ਪਾਵਰਟੀ ਨੂੰ ਖ਼ਤਮ ਕਰ ਸਕਦਾ ਹੈਗਾ। ਇੰਡੀਆ ਮਾਈਗਰੈਂਟ ਦੀ ਪ੍ਰੋਬਲਮ ਨੂੰ ਠੀਕ ਕਰ ਸਕਦਾ ਹੈਗਾ। ਇੰਡੀਆ ਦੇ ਅੰਦਰ ਹੀ ਜੋ ਕੁਝ ਇਨਇਕੁਐਲਿਟੀਜ਼ ਨੇ ਜਾਂ ਕੁਝ ਸੈਪਰੇਟਸ ਮੂਵਮੈਂਟ ਚੱਲ ਰਹੀਆਂ ਨੇ, ਉਹਨਾਂ ਨੂੰ ਵੀ ਠੀਕ ਕਰ ਸਕਦਾ ਹੈਗਾ। ਤਾਂ ਇੰਡੀਆ ਦੀ ਮੇਨ ਗੱਲ ਕਿੱਥੇ ਖੜ੍ਹੀ ਹੈਗੀ? ਇਕਨੋਮਿਕ ਡਿਵੈਲਪਮੈਂਟ 'ਤੇ। ਜੇ ਇੰਡੀਆ ਦੀ ਇਕਨੋਮਿਕ ਡਿਵੈਲਪਮੈਂਟ ਜਦ ਦੀ ਹੋਊਗੀ, ਵਧੀਆ ਹੋਊਗੀ, ਤਾਂ ਇੰਡੀਆ ਦੀ ਸਿਕਿਉਰਿਟੀ ਪੁਖਤਾ ਹੋ ਜੂ। ਹਾਂਜੀ ਬੱਚੋ, ਇਸ ਦੇ ਨਾਲ ਹੀ ਆਪਣਾ ਜਿਹੜਾ ਇਹ ਚੈਪਟਰ ਹੈ ਇਹ ਕੰਪਲੀਟ ਹੁੰਦਾ ਗਾ। ਮੈਨੂੰ ਉਮੀਦ ਹੈ ਕਿ ਤੁਸੀਂ ਇਹ ਚੈਪਟਰ ਬਹੁਤ ਚੰਗੀ ਤਰ੍ਹਾਂ ਕੀਤਾ ਹੋਊਗਾ। ਇਹ ਦੂਜੇ ਚੈਪਟਰ ਦੇ ਨਾਲੋਂ ਥੋੜ੍ਹਾ ਜਿਹਾ ਟਫ ਸੀਗਾ ਅਤੇ ਥੋੜ੍ਹਾ ਜਿਹਾ ਲੰਬਾ ਵੀ ਸੀਗਾ, ਪਰ ਮੈਂ ਬਹੁਤ ਕੋਸ਼ਿਸ਼ ਕੀਤੀ ਹੈ ਸਿੰਪਲ ਵੇ ਦੇ ਵਿੱਚ ਤੁਹਾਨੂੰ ਸਮਝਾਉਣ ਦੀ, ਅਤੇ ਸਿੰਪਲ ਤਰੀਕੇ ਨਾਲ ਮੈਂ ਤੁਹਾਨੂੰ ਨੋਟਸ ਪ੍ਰੋਵਾਈਡ ਕਰਵਾਏ ਹੈ। ਤੁਸੀਂ ਜਿਹੜਾ ਮੈਂ ਇਹ ਲਿਖਿਆ ਹੈਗਾ, ਤੁਸੀਂ ਜਿਉਂ ਦਾ ਤਿਉਂ ਵੀ ਲਿਖ ਸਕਦੇ ਹੋ। ਜੇ ਤੁਸੀਂ ਜਿਉਂ ਦਾ ਤਿਉਂ ਪੇਪਰ ਦੇ ਵਿੱਚ ਲਿਖੋਗੇ ਤੁਹਾਡੇ ਬਹੁਤ ਚੰਗੇ ਨੰਬਰ ਆਉਣਗੇ। ਤਾਂ ਵੀਡੀਓ ਨੂੰ ਪੂਰਾ ਦੇਖਿਆ ਕਰੋ, ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਅਤੇ ਆਪਣੀ ਵੀਡੀਓ ਨੂੰ ਲਾਈਕ ਵੀ ਕਰੋ। ਜੇ ਕੋਈ ਸਮੱਸਿਆ ਆਉਂਦੀ ਹੈ ਉਹਨੂੰ ਕਮੈਂਟ ਦੇ ਵਿੱਚ ਲਿਖਿਆ ਕਰੋ, ਤਾਂ ਹੀ ਸਾਡਾ ਹੌਸਲਾ ਵਧੂਗਾ, ਤਾਂ ਹੀ ਅਸੀਂ ਬਹੁਤ ਚੰਗਾ ਕੰਟੈਂਟ ਲੈ ਕੇ ਆਵਾਂਗੇ ਤੁਹਾਡੇ ਵਾਸਤੇ। ਤਾਂ ਅਗਲਾ ਚੈਪਟਰ ਲੈ ਕੇ ਆਵਾਂਗੇ ਬਹੁਤ ਜਲਦੀ। ਥੈਂਕ ਯੂ ਵੈਰੀ ਮੱਚ।